ਸਭ ਨੂੰ ਜੈਮ ਸੀ ਜੈਮ ਸੀ ਜੀ। ਕੋਲ ਜੀ ਆਪਾਂ ਬਾਈਬਲ ਸਟੱਡੀ ਕਰ ਰਹੇ ਆਪਾਂ ਪ੍ਰਕਾਸ਼ ਦੀ ਪੋਥੀ 21ਵਾਂ ਚੈਪਟਰ ਮੁਕਾਸ਼ਵਾ ਔਰ ਰੈਵਲੇਸ਼ਨ ਉਹਦੀ 7ਵੀਂ ਆਇਤ ਦਾ ਪਹਿਲੀ ਅੱਧਾ ਆਇਤ ਹੋ ਗਈ ਸੀ, ਅੱਧੀ ਆਇਤ ਰਹਿ ਗਈ ਸੀ। ਆਪਾਂ ਉਹ ਪੜ੍ਹ ਦਿਓ, ਉਹ ਪੜ੍ਹ ਦਿੰਦੇ ਆ ਜੀ। ਤੇ ਜੇ ਪੂਰੀ ਪੜ੍ਹ ਦਿਓ ਤੇ ਫਿਰ ਅੱਧੀ ਦਾ ਫਿਰ ਦੁਬਾਰਾ ਪੜ੍ਹ ਦਾਂਗੇ। ਹਾਂਜੀ, ਪ੍ਰਕਾਸ਼ ਦੀ ਪੋਥੀ 21 ਦੀ 7 ਆਇਤ ਇਸ ਤਰ੍ਹਾਂ ਹੈ, ਜੋ ਜਿੱਤ ਪ੍ਰਾਪਤ ਕਰਦਾ ਹੈ ਇਹ ਸਭ ਚੀਜ਼ਾਂ ਨੂੰ ਪ੍ਰਾਪਤ ਕਰੇਗਾ। ਤਦ ਮੈਂ ਉਸ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਤੇ ਪਹਿਲਾ ਪਾਠ ਕਰਦਾ ਸੀ, ਜਿਹੜੀ ਹੁਣ ਆਪਾਂ ਕਰਨੇ ਉਹ ਦੁਬਾਰਾ ਪੜ੍ਹਦੇ ਹਾਂ। ਉਹ ਦੁਬਾਰਾ ਵਿੱਚ ਲਿਖਿਆ ਹੈ, ਤਦ ਮੈਂ ਉਸ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਆਪਾਂ ਇਹਨੂੰ ਹੁਣ ਕਰਦੇ ਹਾਂ ਜੀ। ਇਹ ਜਿਹੜੀ ਵਰਸ ਹੈਗੀ ਹੈ, ਇਹ ਜਿੱਤ ਪ੍ਰਾਪਤ ਕਰਨੇ ਜਾਂ ਗਾਲਬ ਆਣੇ ਵਾਲੇ ਜਾਂ ਓਵਰਕਮ ਆਣੇ ਵਾਲਿਆਂ ਨੂੰ ਕਿਉਂ ਉਹ ਸਦਾ ਦੀ ਮਿਰਾਸ ਦਾ ਵਾਰਿਸ ਹੋਣ ਦੇ ਲਈ ਕਿਹਾ ਜਾਂਦਾ ਹੈ। ਯਾਨੀ ਇਹ ਕੌਣ ਨੇ ਜਿਹੜੇ ਸਦਾ ਦੇ ਵਾਰਿਸ ਹੋਣਗੇ? ਇੱਥੇ ਲਿਖਿਆ ਕਿ ਮੈਂ ਉਹਦਾ ਪਰਮੇਸ਼ਰ ਹੋਵਾਂਗਾ ਤੇ ਉਹ ਮੇਰਾ ਪੁੱਤਰ ਹੋਏਗਾ। ਸੋ ਹਮੇਸ਼ਾ ਜਿਹੜਾ ਪੁੱਤਰ ਹੀ ਵਾਰਿਸ ਹੁੰਦਾ ਹੈ। ਠੀਕ ਹੈ। ਅਸੀਂ ਇਹ ਅਡਾਪਟਿਵ ਜਾਂ ਲੇ ਪਾਲਿਕ ਪੁੱਤਰ ਹੈਗੇ ਸਾਨੂੰ ਹੈ। ਯਿਸੂ ਜਿਹੜਾ ਉਹ ਇਕਲੌਤਾ ਪੁੱਤਰ ਹੈ। ਠੀਕ ਹੈ। ਯਾਨੀ ਪਰਮੇਸ਼ਵਰ ਦੇ ਪੁੱਤਰ ਹੋਣ ਤੋਂ ਮੁਰਾਦ ਕੀ ਹੈ? ਤੇ ਉਹਦੇ ਵਿੱਚ ਇਹ ਵੇ ਕਿ ਪਰਮੇਸ਼ਵਰ ਦੇ ਪੁੱਤਰ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜਾ ਡਾਇਰੈਕਟ ਉਹਦੇ ਤੋਂ ਪੈਦਾ ਹੋਵੇ। ਜਿਸ ਤਰੀਕੇ ਨਾਲ ਮਤਲਬ ਹੈ ਰੂਹਾਨੀ ਮਤਲਬ ਹੈ ਇਹਦਾ। ਜਿਸ ਤਰੀਕੇ ਨਾਲ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਮੈਂ ਪੁੱਤਰ ਦਾ ਮਤਲਬ ਹੋ ਗਿਆ ਕਿ ਮੈਂ ਨਿਕਲਿਆ ਹੋਇਆ, ਕਿ ਮੈਂ ਪਿਤਾ ਵਿੱਚੋਂ ਨਿਕਲ ਕੇ ਆਇਆ। ਸੋ ਨਿਕਲੇ ਹੋਏ ਦਾ ਮਤਲਬ ਜਿਹੜਾ ਹੈ ਉਹ ਪੁੱਤਰ ਹੁੰਦਾ ਹੈ ਸਨ। ਠੀਕ ਹੈ। ਹੁਣ ਡਾਇਰੈਕਟ ਪੈਦਾ ਹੋਣ ਤੋਂ ਮੁਰਾਦ ਇਹ ਕਿ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਦੂਤਾਂ ਨੂੰ ਜਾਂ ਫਰਿਸ਼ਤਿਆਂ ਨੂੰ ਵੀ ਪਰਮੇਸ਼ਵਰ ਦੇ ਪੁੱਤਰ ਕਿਹਾ ਗਿਆ ਕਿਉਂਕਿ ਉਹਨੇ ਉਹਨਾਂ ਨੂੰ ਕ੍ਰੀਏਟ ਕੀਤਾ ਹੈ ਨਾ, ਡਾਇਰੈਕਟ ਬਣਾਇਆ। ਯਾਨੀ ਇਹਦੀਆਂ ਕੁਝ ਵਰਸਿਸ ਦੇਖ ਲਓ ਜਿਹੜੀਆਂ ਕਿ ਬਾਈਬਲ ਸਾਨੂੰ ਦੱਸਦੀਆਂ ਨੇ। ਜੈਨਸਿਸ, ਪੈਦਾਇਸ਼, ਉਤਪਤੀ 6 ਦੀ 2 ਤੇ 4 ਆਇਤ, ਤੇ ਜੋਬ ਯਾਨੀ ਅਯੂਬ ਉਹਦੀ 1 ਦੀ 6, ਜੋਬ ਅਯੂਬ 2 ਦੀ ਫਿਰ 1, ਤੇ ਜੋਬ ਅਯੂਬ 38 ਦੀ 7, ਤੇ ਡੈਨੀਅਲ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਚੈਪਟਰ 3 ਉਹਦੀ 25 ਤੇ 28 ਆਇਤਾਂ ਦੇ ਵਿੱਚ। ਡੈਨੀਅਲ ਚੈਪਟਰ 3 25 ਤੇ 28 ਆਇਤ। ਸੋ ਹੁਣ ਦੇਖੋ ਨਾ, ਇਹ ਜਦੋਂ ਅਸੀਂ ਲੂਕਾ ਦੇ ਵਿੱਚ ਮਰੀਅਮ ਤੀਸਰੇ ਪਾਰਟ ਦੇ ਵਿੱਚ ਲੂਕ ਚੈਪਟਰ 3 ਦੇ ਵਿੱਚ ਅਸੀਂ ਮਰੀਅਮ ਦੀ ਜੀਨੀਆਲੋਜੀ ਵੇਖਦੇ ਹਾਂ, ਜਾਂ ਕਿ ਉਹਨੂੰ ਕਹਿ ਲਓ ਲੜੀ ਜਾਂ ਫੈਮਿਲੀ ਟਰੀ ਪਿੱਛੇ ਜਿਹੜੇ ਉਹਨਾਂ ਦੇ ਬਾਪ ਦਾਦੇ ਜਿਹੜੇ ਪਿਛਲੇ ਨੇ। ਹਾਂਜੀ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਦਮ ਦੇ 2 ਪੁੱਤਰ ਸਨ। ਇੱਕ ਕਾਹਿਨ ਹਾਬਲ ਸੀ, ਉਹ ਕਾਹਿਨ ਨੇ ਹਵ ਨੂੰ ਮਾਰ ਦਿੱਤਾ। ਉਹਦੇ ਬਾਅਦ ਫਿਰ ਇਹਨਾਂ ਦਾ ਇੱਕ ਹੋਰ ਬੇਟਾ ਪੈਦਾ ਹੋਇਆ। ਸੋ ਉਹ ਜੀਨੀਆਲੋਜੀ ਇੰਝ ਚੱਲਦੀ ਹੈ ਕਿ ਸੇਤ, ਅਨੂਸ ਜਿਹੜਾ ਸੀ ਉਹ ਸੇਤ ਦਾ ਪੁੱਤਰ ਸੀਗਾ, ਤੇ ਸੇਤ ਜਿਹੜਾ ਹੈ ਉਹ ਆਦਮ ਦਾ ਪੁੱਤਰ ਹੈ, ਤੇ ਆਦਮ ਜਿਹੜਾ ਹੈ ਉਹ ਪਰਮੇਸ਼ਵਰ ਦਾ ਪੁੱਤਰ ਹੈ। ਠੀਕ ਹੈ। ਇਹ ਵਰਸ 3 ਦੀ 38 ਤੁਸੀਂ ਅਗਰ ਦੇਖੋ ਤੇ ਇਹ ਇਸ ਲਈ ਆਦਮ ਵੀ ਪਰਮੇਸ਼ਵਰ ਦਾ ਪੁੱਤਰ ਕਹਿਲਾਉਂਦਾ ਹੈ। ਲੇਕਿਨ ਲੂਕਾ 1 ਦੀ ਲੂਕ ਹੈ ਨਾ, ਲੂਕ ਚੈਪਟਰ 1 ਵਰਸ 35 ਦੇ ਮੁਤਾਬਿਕ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਉਹ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਪੈਦਾ ਹੋਏ। ਠੀਕ ਹੈ। ਤੇ ਉਹ ਕੀ ਕਹਿਲਾਏ? ਪਰਮੇਸ਼ਵਰ ਦਾ ਪੁੱਤਰ ਕਹਿਲਾਇਆ। ਠੀਕ ਹੈ। ਸੋ ਇਸੇ ਤਰੀਕੇ ਨਾਲ ਅੱਜ ਜਿਹੜੇ ਪ੍ਰਭੂ ਯਿਸੂ ਨੂੰ ਕਬੂਲ ਕਰਦੇ ਨੇ, ਸੰਤ ਯੋਹਨਾ 1 ਦੀ 12
ਤੁਸੀਂ ਇਸ਼ਾਰਾ ਦੇ ਦਿੰਦੇ ਹੋ ਤੇ ਮੈਂ ਉਹ ਹੈਗਾ ਜੀ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਪਰਮੇਸ਼ਰ ਕਿਹਨੂੰ? ਯਿਸੂ ਨੂੰ, ਹਾਂ। ਪ੍ਰਭੂ ਯਿਸੂ ਮਸੀਹ। ਹਾਂ। ਉਹਨੇ ਯਾਨੀ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਪਿਤਾ ਦੇ ਸੰਤਾਨ ਸੰਤਾਨ, ਹਾਂ ਯਾਨੀ ਉਹਨਾਂ ਨੂੰ ਜਿਹੜੇ ਉਸ ਦੇ ਨਾਮ ਤੇ ਵਿਸ਼ਵਾਸ ਲਿਆ। ਸੋ ਇਸ ਤਰੀਕੇ ਨਾਲ ਸਾਡਾ ਰੂਹਾਨੀ ਗੱਲ ਹੋ ਰਹੀ। ਯਾ ਥੋੜਾ ਹਾਂ ਆਪਾਂ ਜੀ। ਥੋੜਾ ਜਿਹਾ ਬਾਹਰ ਵੀ ਜਾ ਰਹੇ ਹਾਂ ਜੀ ਇਸ ਮੈਂ ਟੌਪ ਮਨ ਅੱਛਾ ਸਵਾਲ ਆ ਰਿਹਾ ਸੀਗਾ ਜੀ। ਯਿਸੂ ਦੀ ਡਾਇਟੀ ਨੂੰ ਥੋੜਾ ਉਹਦੀ ਧਰਮਤਾ ਨੂੰ ਥੋੜਾ ਜਿਹਾ ਉਹਨੂੰ ਕੌਣ ਨੂੰ ਸਮਝ ਲਈਏ ਤੇ ਜਦੋਂ ਆਪਾਂ ਕਿ ਯਿਸੂ ਪਿਤਾ ਦਾ ਪੁੱਤਰ ਹੈ ਨਾ ਪਿਤਾ ਪਰਮੇਸ਼ਰ ਦਾ ਪੁੱਤਰ ਹੈ ਨਾ ਕਹਿੰਦੇ ਆਪਾਂ ਤੇ ਫਿਰ ਆਪਾਂ ਉਹਨੂੰ ਕਿਹਾ ਪੁੱਤਰ ਹੁੰਦਾ ਮੈਂ ਨਿਕਲ ਕੇ ਆਇਆ ਤੇ ਆਪਾਂ ਇਹ ਨਾ ਸਮਝ ਲਈਏ ਕਿ ਯਿਸੂ ਦਾ ਜਨਮ ਹੋਇਆ ਆ ਹਾਂਜੀ ਤੇ ਆਪਾਂ ਪੁੱਤਰ ਕਹਿੰਦੇ ਜਦੋਂ ਨਾ ਤੇ ਕਿਉਂਕਿ ਜਿਹੜਾ ਥੋੜਾ ਜਿਹਾ ਬਹੁਤ ਅੱਛਾ ਤੁਹਾਨੂੰ ਇਸ ਤਰ੍ਹਾਂ ਨਾ ਕਿਤੇ ਹੋ ਜਾਵੇ ਕਿ ਉਹ ਇਹ ਵੀ ਤਾਂ ਪੁੱਤਰ ਹੀ ਆ ਜੀ ਪੁੱਤਰ ਨੇ ਇਸ ਤਰ੍ਹਾਂ ਯਿਸੂ ਏਦਾਂ ਉਹਦੇ ਯਿਸੂ ਜਿਹੜੀ ਚੀਜ਼ਾਂ ਉਹਦੇ ਵਿੱਚ ਦੋ ਇਸਾਇਆ ਨੇ ਕਿਹਾ ਨਾ ਇਹ ਸਾਨੂੰ ਬੱਚਾ ਇੱਕ ਜੰਮਿਆ ਤੇ 7 ਦੀ 14 ਹਾਂਜੀ ਹਾਂਜੀ ਚਾਈਲਡ ਇਜ਼ ਬੋਰਨ ਸਨ ਇਜ਼ ਗਿਵਨ ਹਾਂਜੀ ਤੇ ਉਹ ਯਿਸੂ ਮਸੀਹ ਦਾ ਉਹ ਇੱਕ ਮਾਨਵ ਪੁੱਤਰ ਵੀ ਸੀਗਾ ਮਾਨ ਵਿੱਚ ਤਾਂ ਹਨਾ ਪਿਤਾ ਹਾਂਜੀ ਤੇ ਇੱਕ ਉਹ ਰੱਬ ਦਾ ਸੀਗਾ ਨਾ ਰੱਬ ਦੇ ਕੋਲੋਂ ਵੀ ਤੇ ਉਹ ਫਿਰ ਜਦੋਂ ਯਿਸੂ ਮਸੀਹ ਤੇ ਪਿਤਾ ਨੂੰ ਨੇ ਕਿਹਾ ਮੈਂ ਆਵਾਜ਼ ਆਈ ਨਾ ਕਹਿੰਦਾ ਅੱਜ ਮੈਂ ਤੇਰੇ ਤੇ ਬਹੁਤ ਖੁਸ਼ ਹਾਂ ਜਦੋਂ ਉਹਨੇ ਪਵਿੱਤਰ ਆਤਮਾ ਆਇਆ ਤੇ ਅੱਜ ਤੂੰ ਮੇਰਾ ਪੁੱਤਰ ਬਣ ਗਿਆ ਜਾਨੀ ਕਿਹਾ ਨਾ ਤੇ ਇਹ ਪਹਿਲਾਂ ਹੀ ਯਿਸੂ ਦੇ ਨਾਲ ਹੀ ਸੀਗਾ ਤੁਸੀਂ ਥੋੜਾ ਜਿਹਾ ਅੱਛਾ ਦੇਖੋ ਇਹ ਜਦੋਂ ਹੀ ਹੋਣਾ ਉਹਨੂੰ ਬਪਤਿਸਮਾ ਲਿਆ ਹਾਂ ਪਾਣੀ ਚੋਂ ਬਾਹਰ ਨਿਕਲਿਆ ਤੇ ਸਵਰਗ ਖੁੱਲ ਗਿਆ ਪਵਿੱਤਰ ਆਤਮਾ ਕਬੂਤਰ ਦੀ ਸ਼ਕਲ ਤੇ ਉਹਦੇ ਆ ਗਿਆ ਤਾਂ ਕਿ ਯੂਹੰਨਾ ਨੂੰ ਇੱਕ ਪ੍ਰੂਫ ਜਾਂ ਸਬੂਤ ਦੇਣਾ ਸੀ ਤੇ ਪਿਤਾ ਪਰਮੇਸ਼ਵਰ ਨੇ ਪਹਿਲੀ ਦਫਾ ਪਬਲਿਕ ਅਨਾਉਂਸਮੈਂਟ ਕੀਤੀ ਜਿਹੜੀ ਯੂਹੰਨਾ ਨੂੰ ਦੱਸਣ ਲਈ ਔਰ ਉਹਦੇ ਪੁੱਤਰ ਹੋਣ ਨੂੰ ਕਨਫਰਮ ਕੀਤਾ ਕਿਸੇ ਨੇ ਨਹੀਂ ਸੀ ਕਿਹਾ ਕੋਈ ਪਿਤਾ ਨੇ ਕਿਹਾ ਓਏ ਮੇਰਾ ਪਿਆਰਾ ਪੁੱਤਰ ਏ ਜਿਸ ਤੋਂ ਮੈਂ ਖੁਸ਼ ਤੇ ਜਦੋਂ ਮਿਨਿਸਟਰੀ ਕਰਨ ਲੱਗਾ ਤੇ ਉਹਦੀ ਸ਼ਕਲ ਬਦਲ ਗਈ ਪਹਾੜ ਤੇ ਉੱਥੇ ਉਹ ਕਹਿੰਦਾ ਓਏ ਮੇਰਾ ਪਿਆਰਾ ਪੁੱਤਰ ਈਦੀ ਸੋ ਠੀਕ ਹੈ ਸੋ ਇਹ ਯਿਸੂ ਨੇ ਨਹੀਂ ਇਹ ਤੇ ਪਿਤਾ ਨੇ ਆਪ ਹੀ ਕਿਹਾ ਠੀਕ ਹੈ ਸੋ ਇਸ ਲਈ ਬਹੁਤ ਜਗ੍ਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਦੇਖੋ ਆਦ ਵਿੱਚ ਸ਼ਬਦ ਸੀ ਸੰਤ ਯੂਹੰਨਾ ਉਹਦੀ ਪਹਿਲੇ ਪਾਠ ਦੀ ਤੇ ਆਦ ਵਿੱਚ ਸ਼ਬਦ ਸੀ ਤੇ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਤੇ ਸ਼ਬਦ ਹੀ ਪਰਮੇਸ਼ਵਰ ਸੀ 14 ਆਇਤ ਕੀ ਹੈ ਸ਼ਬਦ ਨੇ ਦੇਹ ਧਾਰ ਲਿਆ ਤੇ ਉਹ ਯਿਸੂ ਬਣ ਗਿਆ ਔਰ ਉਹ ਸ਼ਬਦ ਤੋਂ ਹੀ ਸਭ ਕੁਝ ਬਣਿਆ ਗਿਆ ਉਸ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ ਸੀ ਜਿਹੜੀ ਨਹੀਂ ਬਣੀ ਯਿਸੂ ਦੇ ਥਰੂ ਸਾਰਾ ਕੁਝ ਬਣਿਆ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਜਦੋਂ ਆਪਾਂ ਪੁੱਤਰ ਕਰਦੇ ਹਾਂ ਕਿ ਚਲੋ ਵੀ ਕਹਿੰਦਾ ਮੈਂ ਨਿਕਲ ਕੇ ਆਇਆ ਨਾ ਸਮਝ ਲਈ ਕਦੇ ਉਹ ਇਸ ਤਰ੍ਹਾਂ ਆ ਗਿਆ ਯਿਸੂ ਨੂੰ ਬਣਾਇਆ ਨਹੀਂ ਕਿਸੇ ਨੇ ਉਹ ਰੱਬ ਦਾ ਹਿੱਸਾ ਹੈ ਉਹ ਉਦੋਂ ਹੀ ਕੁਲਸੀਆਂ 1 ਦੀ 15 ਤੇ 16 ਇਹ ਜ਼ਰਾ ਪੜ੍ਹ ਦਿਓ ਬਹੁਤ ਹੀ ਜ਼ਬਰਦਸਤ ਬਹੁਤ ਅੱਛਾ ਕਰ ਰਹੇ ਹਾਲੇਲੂਇਆ ਹਾਲੇਲੂਇਆ ਥੋੜਾ ਜਿਹਾ ਆਪਾਂ ਨਹੀਂ ਕੋਈ ਗੱਲ ਨਹੀਂ ਇਹ ਪਰ ਆਪਾਂ ਯਿਸੂ ਨੂੰ ਵੀ ਪੂਰੀ ਤਰ੍ਹਾਂ ਸਮਝ ਲਈਏ ਹੈ ਨਾ ਹਾਂ ਜੀ ਜਿਹਦੇ ਮੁਤਲਕ ਗੱਲ ਹੋ ਰਹੀ ਹੈ ਜਿਹਦੇ ਥਾਈ ਸਾਨੂੰ ਸਾਰਾ ਕੁਝ ਮਿਲ ਰਿਹਾ ਹੈ ਹਾਂਜੀ ਹਾਂਜੀ ਕਿ ਉਹਦਾ ਤਲਕ ਪਿਤਾ ਦੇ ਨਾਲ ਕਿੰਨਾ ਡੂੰਘਾ ਤੇ ਉਹਦੇ ਵਸੀਲੇ ਨਾਲ ਸਾਡਾ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਨਾਲ ਕਿੰਨਾ ਡੂੰਘਾ ਹਾਲੇਲੂਇਆ ਹਾਂਜੀ ਕੁਲਸੀਆਂ 1 ਦੀ 15-16 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ ਉਹ ਅਣਦੇਖੇ ਪਰਮੇਸ਼ਰ ਦਾ ਦੇਖਿਆ ਜਾਣ ਵਾਲਾ ਸਰੂਪ ਹੈ ਕੀ ਬਾਤ ਹੈ ਹਾਂਜੀ ਉਸ ਦੀ ਸ੍ਰਿਸ਼ਟੀ ਵਿੱਚ ਸਭ ਤੋਂ ਪਹਿਲੀ ਥਾਂ ਹੈ ਉਸ ਦੇ ਰਾਹੀਂ ਹੀ ਪਰਮੇਸ਼ਰ ਨੇ ਆਕਾਸ਼ ਤੇ ਧਰਤੀ ਉਤਲੀਆਂ ਸਭ ਦੇਖੀਆਂ ਅਣਦੇਖੀਆਂ ਚੀਜ਼ਾਂ ਦੀ ਰਚਨਾ ਕੀਤੀ ਸੀ ਗੱਲ ਕੀ ਸਭ ਸਿੰਘਾਸਣ ਪਾਤਸ਼ਾਹੀਆਂ ਰਾਜੇ ਮਹਾਰਾਜੇ ਅਤੇ ਸ਼ਕਤੀਆਂ ਸਭ ਕੁਝ ਉਸ ਦੇ ਦੁਆਰਾ ਅਤੇ ਉਸ ਲਈ ਪਰਮੇਸ਼ਰ ਨੇ ਪੈਦਾ ਕੀਤੇ ਸੀ ਇਹ ਹੈ ਯਿਸੂ ਤੇ ਫਿਰ ਅੱਗੇ ਸੰਤ ਯੂਹੰਨਾ ਉਹਦੀ 16 ਦੀ 28 ਤੇ ਪੜ੍ਹ ਦਿਓ ਤਾਂ ਕਿ ਅਸੀਂ ਇਹਨੂੰ ਦੇਖ ਲਈਏ ਤੇ ਇਹਦੇ ਤੇ ਬੜੀ ਗੱਲ ਹੋ ਸਕਦੀ ਹੈ ਕਿਧਰੇ ਵੱਖਰਾ ਟਾਪਕ ਰੱਖੋ ਜਿਹਦੀ ਵਜ੍ਹਾ ਨਾਲ ਅਸੀਂ ਇਹ ਜਿਹੜਾ ਤ੍ਰਿਏਕ ਪਰਮੇਸ਼ਵਰ ਹੈ ਖੁਦਾਏ ਸਾਲੂਸ ਹੈ ਟ੍ਰਾਈਊਨ ਗॉड ਦੇ ਲਈ ਇਹ ਥੋੜਾ ਜਿਹਾ ਇਨਸਾਨ ਦੇ ਲਈ ਮੁਸ਼ਕਲ ਜਿਹਾ ਨਜ਼ਰ ਆਉਂਦਾ ਲੇਕਿਨ ਪਵਿੱਤਰ ਆਤਮਾ ਇਹ ਚੀਜ਼ਾਂ ਖੋਲਦਾ
ਤੇ ਯੋਹੰਨਾ ਤੁਸੀਂ ਕਿਹਾ ਸੀਗਾ ਜੀ 16 ਦੀ 28 ਹੈ ਜੀ। ਇਸ ਵਿੱਚ ਲਿਖਿਆ ਹੈ, ਕੌਣ ਕਹਿ ਰਿਹਾ ਜੀ? ਹਾਂ, ਇਹ ਯਿਸੂ ਬੋਲ ਕੇ ਕਹਿ ਰਿਹਾ, ਹਮ, ਮੈਂ ਪਿਤਾ ਕੋਲੋਂ ਇਸ ਸੰਸਾਰ ਵਿੱਚ ਆਇਆ ਹਾਂ ਹਾਂ ਅਤੇ ਹੁਣ ਫਿਰ ਮੈਂ ਸੰਸਾਰ ਨੂੰ ਛੱਡ ਕੇ ਪਿਤਾ ਕੋਲ ਜਾ ਸੋ ਮੈਂ ਪਿਤਾ ਵਿੱਚੋਂ ਨਿਕਲ ਕੇ ਆਇਆ, ਇੱਕ ਹੀ ਨੇ, ਹਾਂ। ਠੀਕ ਹੈ। ਸੋ ਬਹੁਤ ਕੁਝ ਇਹਦੇ ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਅਸੀਂ ਇਹ ਵੇਖ ਰਹੇ ਸਾਂ ਕਿ ਫਿਰ ਜਿਹੜੇ ਆਤਮਾ ਦੇ ਥਾਈ ਪੈਦਾ ਹੁੰਦੇ ਨੇ ਉਹ ਵੀ ਪਰਮੇਸ਼ਵਰ ਦੇ ਧੀਆਂ ਪੁੱਤਰ ਕਹਿਲਾਉਂਦੇ ਨੇ। ਦੇਖੋ ਜੀ, ਰੋਮੀਓ 8 ਦੀ 14 ਤੋਂ 16, ਰੋਮਨਸ ਚੈਪਟਰ 8 14 to 17, ਗਲੇਸ਼ੀਅਨ ਹਵਾਲੇ ਲਿਖ ਲਓ ਕਿਉਂਕਿ ਇਹ ਪ੍ਰੂਫ ਬਾਈਬਲ ਹੀ ਦੇ ਰਹੀ ਹੈ। ਗਲੇਸ਼ੀਅਨ ਚੈਪਟਰ 4 verse 6 and 7। ਸੋ ਪਹਿਲਾ ਯੋਹੰਨਾ ਉਹਦੀ 3 ਦੀ ਪਹਿਲੀ ਤੇ 2, 1 John chapter 3 verse 1 and 2, Ephesians chapter 1 verse 3 and 5, ਇਫਸੀਆਂ 1 ਦੀ 3 ਤੇ 5। ਇਹ ਉਹੀ ਰਿਸ਼ਤਾ ਬਣ ਜਾਂਦਾ ਹੈ ਜਿਹੜਾ ਪਿਤਾ ਤੇ ਪੁੱਤਰ ਦਾ ਹੈ, ਠੀਕ ਹੈ। ਬਹੁਤ ਹਵਾਲੇ ਨੇ, ਜਿਸ ਤਰ੍ਹਾਂ ਸੰਤ ਯੋਹੰਨਾ 1 ਦੀ 1 ਲਿਖ ਲਓ, 17 ਦੀ 5 ਲਿਖ ਲਓ, ਠੀਕ ਹੈ। ਸੋ ਇਹਨਾਂ ਵਿੱਚੋਂ ਦੇਖ ਲਓ, ਜਿਹੜੀਆਂ ਵੀ ਆਇਤਾਂ ਨੇ ਤੁਸੀਂ ਉਤਲੀਆਂ ਵਿੱਚੋਂ ਇਹਦੇ ਵਿੱਚੋਂ ਦੇਖ ਲਓ। ਇਹ ਫਿਰ ਸਾਡੀ 7ਵੀਂ ਆਇਤ ਜਿਹੜੀ ਹੈ ਇੱਥੇ, ਹਾਂਜੀ। ਅੱਛਾ, ਹਾਂਜੀ, ਆਪਾਂ ਕਿਹੜੀ ਪੜ੍ਹਦੇ ਜੀ? ਇਫਸੀਅਨ 3 ਦੀ ਪੜ੍ਹਦੀ ਹੈ। ਹਾਂਜੀ, ਜੋ ਵੀ ਨੇ ਇਹਦੇ ਵਿੱਚ ਇਹ ਦੱਸਦੇ ਨੇ ਕਿ ਰੂਹ ਦੇ ਜਿਹੜੇ ਰੂਹ ਨਾਲ ਪੈਦਾ ਹੁੰਦੇ ਨੇ ਉਹ ਪਰਮੇਸ਼ਵਰ ਦੇ ਪੁੱਤਰ ਕਹਿਲਾਉਂਦੇ, ਠੀਕ ਹੈ। ਇਸ ਲਈ ਇਹ ਗੱਲ ਪੁੱਤਰ ਦੀ ਹੋ ਗਈ। ਇਫਸੀਆਂ 1 ਦੀ 3 ਤੇ 5 ਪੜ੍ਹਦੇ ਨੇ ਜੀ। ਇਹਦੇ ਵਿੱਚ ਲਿਖਿਆ ਹੈ, ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਰਥਾਤ ਪਰਮੇਸ਼ਰ ਦਾ ਧੰਨਵਾਦ ਹੋਵੇ, ਜਿਸ ਨੇ ਸਾਨੂੰ ਮਸੀਹ ਦੁਆਰਾ ਹਰ ਆਤਮਿਕ ਦਾਤਾਂ ਦਾ ਦਾਨ ਜੋ ਸਵਰਗ ਵਿੱਚ ਹੈ ਦਿੱਤਾ ਹੈ। ਹਾਂਜੀ, 5ਵੀਂ ਆਇਤ ਵਿੱਚ ਲਿਖੀ, ਇਫਸੀਆਂ 1 ਦੀ 5 ਵਿੱਚ ਇਸ ਤਰ੍ਹਾਂ ਲਿਖਿਆ ਹੈ, ਉਸਨੇ ਸਾਨੂੰ ਵੱਖ ਕਰ ਲਿਆ ਕਿ ਅਸੀਂ ਯਿਸੂ ਮਸੀਹ ਦੁਆਰਾ ਉਸ ਦੀ ਗੋਦ ਲਈ ਸੰਤਾਨ ਬਣ ਜਾਈਏ। ਹਾਂਜੀ, ਇਹ ਸਭ ਉਸ ਦੀ ਆਪਣੀ ਖੁਸ਼ੀ ਤੇ ਇੱਛਾ ਦੇ ਕਾਰਨ ਹੋਇਆ। ਉਸ ਦੀ ਆਪਾਂ ਸੰਤਾਨ ਬਣਦੇ। ਸੰਤਾਨ, ਇਹ ਸਾਰੀਆਂ ਇਹ ਵਰਸਸ ਇਹੀ ਦੱਸ ਰਹੀਆਂ ਨੇ, ਠੀਕ ਹੈ। ਸੋ ਜਿਹੜਾ ਰਿਸ਼ਤਾ ਜਿਹੜਾ ਹੈ ਉਹ ਪਿਤਾ ਤੇ ਪੁੱਤਰ ਦਾ ਹੈ, ਉਹ ਹੀ ਸਾਡਾ ਪਿਤਾ ਨਾਲ ਵੀ ਹੈ ਤੇ ਪ੍ਰਭੂ ਯਿਸੂ ਮਸੀਹ ਨਾਲ ਵੀ ਹੈ ਤੇ ਪਵਿੱਤਰ ਆਤਮਾ ਨਾਲ, ਠੀਕ ਹੈ। ਇਹ ਹੈ। ਸੋ 8ਵੀਂ ਵਰਸ ਫਿਰ ਦੇਖ ਲਓ, ਜਾਂ ਇਹਦੇ ਵਿੱਚ ਕੋਈ ਸਵਾਲ ਹੈ? ਹਾਂ, ਇਹਦੇ ਵਿੱਚ ਵੀ ਇੱਕ ਮਿੰਟ ਜੀ, ਮੈਂ ਦੇਖ ਆਪਾਂ ਕਈ ਵਾਰੀ ਲੱਗਦਾ ਹੈਗਾ ਟੌਪਿਕ ਚੋਂ ਬਾਹਰ ਹੋ ਜਾਂਦੇ, ਪਰ ਕੋਸ਼ਿਸ਼ ਕਰਦੇ ਹਾਂ ਬੱਚਨ ਦੀ ਗਹਿਰਾਈ ਤੱਕ ਉਹਨੂੰ ਸਮਝ ਲਈਏ ਕਿ ਸੁਣਨ ਵਾਲਿਆਂ ਦਾ ਕੋਈ ਸਵਾਲ ਹੋ ਸਕਦਾ, ਉਹਦੇ ਮੁਤਾਬਕ ਐਗਜ਼ੈਕਟਲੀ ਧਿਆਨ ਰੱਖਦੇ ਹੋਏ ਵਿੱਚ ਕਈ ਵਾਰੀ ਤਾਂ ਆਪਾਂ ਲੈ ਜਾਂਦੇ। ਦੇਖੋ, ਜਿਹਦੇ ਪਿੱਛੇ ਅਸੀਂ ਲੱਗੇ ਪਏ ਹਾਂ ਉਹਦੇ ਮੁਤਲਕ ਤਾਂ ਸਾਨੂੰ ਫਿਰ ਵਚਨ ਚੋਂ ਖੋਜ ਕਰਨੀ ਹੈ, ਕਿਉਂਕਿ ਇੱਕ ਗੱਲ ਯਾਦ ਰੱਖੀਏ, ਭਜਨ 119 ਦੀ ਹੈ ਜੀ, ਹਾਂਜੀ, 135 ਆਏ ਤੇ ਉਹ ਥੋੜਾ ਜਿਹਾ ਪੜ੍ਹ ਦਿਓ, ਦੇਖੋ ਜੋ ਸਹੀ, ਕਿਉਂਕਿ ਵਜ੍ਹਾ ਇਹ ਵੀ ਕਿ 119 ਦੀ, ਕਿਉਂਕਿ ਇਹ ਜਿਹੜਾ ਨਾ 130 ਹੈ, ਓਕੇ, 119 ਦੀ, Psalms 119 verse 130। ਹਾਂ, ਇਹ ਜਿਹੜਾ ਸਾਮ ਹੈ ਜੀ ਸਭ ਤੋਂ ਲੰਬਾ ਸਾਮ ਹੈ ਜੀ, ਸਾਰੇ ਸਾਮ ਜਬੂਰਾਂ ਵਿੱਚੋਂ ਇਹ ਸਭ ਤੋਂ ਭਜਨ ਸਭ ਤੋਂ ਲੰਬਾ ਭਜਨ ਹੈ। ਤੇ 119 ਦੀ 30 ਦੇ ਵਿੱਚ 130 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤੇਰੇ ਵਚਨ ਦੇ ਖੋਲਣ ਤੋਂ ਲੋ ਮਿਲਦੀ ਹੈ। ਅੱਛਾ, ਹਾਂਜੀ, ਲੋ ਮਿਲਦੀ ਹੈ, ਹਾਂਜੀ, ਰੋਸ਼ਨੀ ਮਿਲਦੀ ਹੈ। ਇਹ ਸਧਾਰਨ ਬੁੱਧੀ ਵਾਲੇ ਨੂੰ ਬੁੱਧੀਮਾਨ ਬਣਾਉਂਦੀ ਹੈ। ਇਸ ਲਈ ਇਹ ਵਚਨ ਇਹਨੂੰ ਡਿਸਕਸ ਕਰਨਾ ਚਾਹੀਦਾ ਹੈ। ਬੜਾ ਅੱਛਾ ਤੁਸੀਂ ਕਰ ਰਹੇ ਹੋ, ਕੁਐਸਚਨ ਕਰ ਰਹੇ ਹੋ, ਤੇ ਵਚਨ ਆਪਣਾ ਜਵਾਬ ਖੁਦ ਦੇ ਰਿਹਾ। ਸਾਡੇ ਕੋਲ ਕੀ ਹੈ? ਇਹ ਤਾਂ ਵਚਨ ਨਹੀਂ, ਠੀਕ ਹੈ। ਤੇ ਜੀ, ਆਪਾਂ ਜੀ 8ਵੀਂ ਪੜ੍ਹਦੀ ਹੈ ਜੀ, 8ਵੀਂ ਪੜ੍ਹਦੇ ਹੋ ਤੇ ਜੀ, ਓਕੇ ਜੀ। ਪ੍ਰਕਾਸ਼ ਦੀ ਪੋਥੀ 21 ਦੀ 8 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਪਰ ਉਹਨਾਂ ਸਭ ਦੀ ਥਾਂ ਜੋ ਡਰਾਕਲ, ਅਵਿਸ਼ਵਾਸੀ, ਗੰਦੇ, ਕਾਤਲ, ਵਿਭਚਾਰੀ, ਜਾਦੂਗਰ, ਮੂਰਤੀ ਪੂਜਕ ਅਤੇ ਹਰ ਤਰ੍ਹਾਂ ਦਾ ਝੂਠ ਬੋਲਣ ਵਾਲੇ ਹਨ, ਉਹ ਅੱਗ ਦੀ
ਉਹ ਝੀਲ ਵਿੱਚ ਹੋਣਗੇ ਜੋ ਅੱਗ ਅਤੇ ਗੰਧਕ ਨਾਲ ਬਲਦੀ ਹੈ। ਇਹ ਦੂਜੀ ਮੌਤ ਹੈ। ਅਸਲ ਵਿੱਚ ਇਹ ਜਿਹੜੀ ਲਿਸਟ ਹੈਗੀ ਆ ਨਾ, ਇਹਦੇ ਲਈ ਅਸੀਂ ਹਵਾਲੇ ਦੇ ਦਾਂਗੇ ਤੇ ਇਹਦੇ ਵਿੱਚ ਇਹ ਸਾਰਿਆਂ ਦਾ ਜਵਾਬ ਮਿਲੇਗਾ। ਲੇਕਿਨ ਇਹ ਬੁਜ਼ਦਿਲ ਜਾਂ ਡਰਾਕਲ, ਡਰਪੋਕ ਲੋਕ, ਕਾਵਰਡ, ਇਹ ਉਹ ਲੋਕ ਨੇ ਜਿਹੜੇ ਕਿ ਐਂਟੀ ਕ੍ਰਾਈਸਟ ਦੇ ਦੌਰ ਦੇ ਵਿੱਚ ਉਹਦਾ ਸਟਿਗਮਾ ਜਾਂ ਉਹਦਾ ਨਿਸ਼ਾਨ ਜਾਂ ਉਹਦਾ ਉਸ ਮੂਰਤੀ ਨੂੰ ਪੂਜਾ ਇਸ ਲਈ ਕਰਨਗੇ ਕਿ ਸਾਨੂੰ ਉਹ ਨਾ ਮਾਰੇ। ਠੀਕ ਹੈ, ਇਹ ਬੁਜ਼ਦਿਲੀ ਹੈ। ਬੁਜ਼ਦਿਲੀ ਇਹ ਵੇ ਕਿ ਉਹ ਆਪਣੀ ਜਾਨ ਤੇ ਬਚਾਉਣਗੇ। ਲੇਕਿਨ ਦੂਜੇ ਪਾਸੇ ਮਤੀ 8:26 ਤੇ ਪੜੋ, ਦੂਜੇ ਪਾਸੇ ਆਪਣੀ ਜਾਨ ਤੇ ਪ੍ਰਾਣ ਦਾ ਨੁਕਸਾਨ ਕਰ ਲੈਣਗੇ। ਸਹੀ ਗੱਲ ਹੈ ਕਿ ਜੀ ਸਾਨੂੰ ਕੋਈ ਮਾਰੇ ਨਾ, ਕਿਉਂਕਿ ਉਹ ਡਰਦੇ ਨੇ ਇਦਾਂ ਕਰਨਾ ਜੀ। ਇਹ ਬਾਈਬਲ ਕਹਿੰਦੀ ਇਹੋ ਜਿਹੇ ਲੋਕ ਕੀ ਨੇ, ਬੁਜ਼ਦਿਲ ਨੇ, ਡਰਾਕਲ ਨੇ। ਹਾਂਜੀ, ਆਪਾਂ ਦੇਖਦੇ ਹਾਂ ਜੀ ਹਾਲੇਲੂਇਆ। ਮਤੀ 8:26 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਇੰਨੇ ਡਰੇ ਹੋਏ ਹੋ, ਤੁਹਾਡਾ ਵਿਸ਼ਵਾਸ ਬਹੁਤ ਕੱਚਾ ਹੈ। ਫਿਰ ਯਿਸੂ ਉੱਠੇ ਅਤੇ ਹਨੇਰੀ ਦੀ ਲਹਿਰਾਂ ਨੂੰ ਝਿੜਕਿਆ। ਹਨੇਰੀ ਜਿਹੜਾ ਮਤਲਬ ਹਵਾ, ਜਿਹੜੀ ਤੇਜ਼ ਹਵਾ ਹੁੰਦੀ ਨਾ, ਹਾਂਜੀ, ਤੂਫਾਨ ਆ ਗਿਆ ਨਾ, ਉਹ ਕਹੇਗਾ ਜੀ। ਤੇ ਉੱਥੇ ਉਸੇ ਵੇਲੇ ਉਹ ਫਿਰ ਪਹਿਲੇ ਵਾਂਗ ਸ਼ਾਂਤ ਵਾਤਾਵਰਣ ਵਿੱਚ ਹੋ ਗਿਆ। ਅਸਲ ਵਿੱਚ ਇਹ ਉਹ ਲੋਕ ਨੇ ਜਦੋਂ ਐਂਟੀ ਕ੍ਰਾਈਸਟ ਜਾਂ ਯਿਸੂ ਦਾ ਵਿਰੋਧੀ ਆਏਗਾ ਤੇ ਜਿਹੜੇ ਤੇ ਤਿਆਰ ਹੋਣਗੇ ਚਰਚ, ਉਹਦੇ ਉੱਤੇ ਯਿਸੂ ਉਹਨਾਂ ਨੂੰ ਲੈ ਜਾਏਗਾ। ਲੇਕਿਨ ਫਿਰ ਵੀ ਪਿੱਛੇ ਵਿਸ਼ਵਾਸੀ ਹੋਣਗੇ। ਲੇਕਿਨ ਉਹਦੇ ਵਿੱਚ ਵੀ ਉਹ ਉਹਨੂੰ ਕਹੇਗਾ ਵੀ ਇਹ 666 ਸਟਿਗਮਾ ਕਹਿ ਲਓ, ਨਿਸ਼ਾਨ ਕਹਿ ਲਓ, ਉਹਦਾ ਅਦਦ ਕਹਿ ਲਓ, ਉਹ ਲਓ, ਵਰਨਾ ਤੁਹਾਨੂੰ ਮਾਰ ਦਿੱਤਾ ਜਾਏਗਾ। ਕਈ ਕਹਿਣਗੇ ਅਸਾਂ ਨਹੀਂ ਲੈਣਾ, ਉਹਨਾਂ ਨੂੰ ਕਤਲ ਕਰ ਦੇਗਾ। ਔਰ ਜਿੰਜ ਪ੍ਰਕਾਸ਼ ਦੀ ਪੋਥੀ ਉਹਦੀ 6ਵੇਂ ਪਾਰਟ ਦੇ ਵਿੱਚ ਅਸਾਂ ਵੇਖਿਆ ਸੀ ਨਾ ਕਿ ਉਹਨਾਂ ਦੀਆਂ ਆਤਮਾਵਾਂ ਜਗਵੇਤੀ ਜਾਂ ਕੁਰਬਾਨਗਾਹ ਦੇ ਥੱਲੇ ਨੇ। ਠੀਕ ਹੈ, ਲੇਕਿਨ ਇਹ ਕਾਵਰਡ ਲੋਕ ਉਹ ਨੇ ਜਿਹੜੇ ਕਹਿਣਗੇ ਸਾਨੂੰ ਛੱਡ ਦਿਓ। ਔਰ ਮਤੀ 10:28 ਦੇ ਵਿੱਚ ਪ੍ਰਭੂ ਯਿਸੂ ਇੱਕ ਆਇਤ ਹੋਰ ਪੜ੍ਹ ਦਿਓ ਤੇ ਉਹ ਕਹਿ ਰਹੇ ਨੇ, ਯਾਰ ਉਹਨਾਂ ਕੋਲੋਂ ਨਾ ਡਰੋ ਜਿਹੜੇ ਇਸ ਸਰੀਰ ਨੂੰ ਕਤਲ ਕਰਦੇ ਨੇ, ਬਲਕਿ ਉਹਦੇ ਕੋਲੋਂ ਡਰੋ ਜਿਹੜਾ ਤੁਹਾਡਾ ਪ੍ਰਾਣ ਤੇ ਤੁਹਾਡੇ ਸਰੀਰ ਨੂੰ ਦੋਵਾਂ ਨੂੰ ਕਿਤੇ ਨਰਕਾਂ 'ਚ ਪਾ ਸਕਦਾ, ਮਤਲਬ ਰੱਬ ਤੋਂ, ਪਰਮੇਸ਼ਰ ਦਾ। ਹਾਂ, ਸੋ ਇਸ ਲਈ ਇਹ ਜਿਹੜੀ ਲੰਬੀ ਲਿਸਟ ਹੈ ਜਿਹੜੀ ਤੁਸੀਂ ਪੜ੍ਹੀ ਹੈ, ਇਹਦੇ ਮੁਤਲਕ ਅੱਗੇ ਅਸੀਂ ਕੁਝ ਹਵਾਲੇ ਦੇ ਦਾਂਗੇ। ਠੀਕ ਹੈ, ਲੂਕਾ 12:8 ਤੇ 9 ਵੀ ਲਿਖ ਲਓ, ਹੈ ਨਾ। ਸੋ ਇਹ ਉਹ ਲੋਕ ਹੋਣਗੇ ਜਿਹੜੇ ਦੁਨੀਆਦਾਰ ਲੋਕ ਹੋਣਗੇ। ਇਹ ਚੂੰਕਿ ਇਹ ਡਰ ਦਾ ਆਤਮਾ ਜਿਹੜਾ ਹੈ ਨਾ, ਉਹ ਵਿਸ਼ਵਾਸੀਆਂ ਨੂੰ ਨਹੀਂ ਦਿੱਤਾ ਗਿਆ। ਇਹ ਜ਼ਰੂਰ ਪੜ੍ਹ ਦਿਓ 2 ਟਿਮੋਥੀ ਚੈਪਟਰ 1:7 ਦੇ ਵਿੱਚ। ਸੋ ਇਸ ਲਈ ਵਿਸ਼ਵਾਸੀ ਜਿੰਦਾ ਹੈ ਜਾਂ ਕਿਸੇ ਵੀ ਜਗ੍ਹਾ ਤੇ ਹੈ, ਉਸ ਦਾ ਇਨਕਾਰ ਨਹੀਂ ਕਰੇਗਾ, ਲੇਕਿਨ ਅਕਲ ਦੇ ਨਾਲ ਚੱਲਣਾ। ਐਵੇਂ ਨਹੀਂ ਰੋਲਾ ਪਾਈ ਜਾਣਾ। ਪਾਕ ਨੂੰ ਦੱਸਦਾ ਹੈ ਕਿੱਥੇ ਅਸੀਂ ਟੈਸਟਮਨੀ ਦੇਣੀ ਹੈ, ਕਿਧਰੇ ਨਹੀਂ ਦੇਣੀ। ਠੀਕ ਹੈ, ਕਿਉਂਕਿ ਇਹ ਸਰੀਰ ਜਿੰਦਾ ਰਹੇਗਾ ਤੇ ਉਨਾ ਹੀ ਅਸੀਂ ਉਹਦਾ ਪ੍ਰਚਾਰ ਕਰਾਂਗੇ। ਠੀਕ ਹੈ, ਹਾਂ। ਸੋ ਜੀਣਾ ਪਾਲੂਸ ਕਹਿੰਦਾ ਹੈ ਕੀ ਕਰੀਏ ਹੁਣ, ਫਿਲਿਪੀਆਂ 'ਚ ਲਿਖਿਆ ਹੈ ਕਿ ਜੀਣਾ ਮੇਰੇ ਲਈ ਮਸੀਹ ਹੈ, ਵੀ ਜਿੰਨਾ ਜਿੰਦਾ ਰਹਾਂਗਾ ਉਨਾ ਹੀ ਤੇਰਾ ਤੇ ਮਰਨਾ ਤੇ ਮੇਰੇ ਲਈ ਪ੍ਰੋਫਿਟ ਹੀ ਪ੍ਰੋਫਿਟ ਹੈ। ਠੀਕ ਹੈ, ਇਹ ਵਰਸਸ ਯਿਸੂ ਦੇ ਹਾਂਜੀ, ਆਪਾਂ ਪੜ੍ਹਦੇ ਜੀ 2 ਤਿਮੋਥੀ 1:7 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਫਿਰ ਲਿਖਿਆ, ਪਰਮੇਸ਼ਰ ਨੇ ਸਾਨੂੰ ਬਲ, ਪਿਆਰ ਅਤੇ ਆਪੇ ਤੇ ਕਾਬੂ ਕਰਨ ਦੀ ਦਾਤ ਦਿੱਤੀ ਹੈ। ਠੀਕ ਹੈ, ਇੱਕ ਹੋਰ ਜਗ੍ਹਾ ਹੈਗੀ ਉਹ 'ਚ ਲਿਖਿਆ ਹੈਗਾ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ। ਜੀ ਜੀ ਜੀ, ਕਿਹੜੀ ਪੜ੍ਹੀ ਜੀ? ਇਹ 2 ਟਿਮੋਥੀ 1:7 ਪੜ੍ਹੀ 12 ਪੜ੍ਹਦੇ ਵਿੱਚ ਇਹ ਵੀ ਕੰਮ ਦੀ ਦੋ ਦੀ, ਇਹ ਵੀ ਕੰਮ ਦੀ ਉਹਦੇ ਵਿੱਚ ਹੈ 12 ਦੇ ਵਿੱਚ ਲਿਖਿਆ। ਤੁਸੀਂ ਯਾਦ ਕਰਾਏ, ਮੈਨੂੰ ਵਰਸ ਯਾਦ ਆ ਗਈ। ਇਹਦੇ ਵਿੱਚ ਹੈ, ਇਹ ਹੀ ਕਾਰਨ ਹੈ ਕਿ ਇਹ ਸਭ ਦੁੱਖ ਚੱਲ ਰਿਹਾ ਹੈ, ਪਰ ਮੈਂ ਇਹ ਸਭ ਕੁਝ 12
ਜੀ ਦੂਸਰਾ ਤਿਮੋਥੀ 2 ਦੀ 2 ਦੀ 12 ਓਕੇ ਉਹੀ ਹੋ ਗਿਆ, ਜੇ ਅਸੀਂ ਉਹਦਾ ਇਨਕਾਰ ਕਰਾਂਗੇ ਉਹ ਵੀ ਸਾਡਾ ਇਨਕਾਰ ਕਰੇਗਾ। ਹਾਂ। ਇਹ ਆਲਰੇਡੀ ਪੜ ਚੁੱਕੇ ਹਾਂ। ਹਾਂ। ਅੱਛਾ, ਕੁਝ ਵਰਸਸ ਲਿਖ ਲਓ, ਇਹ ਜਿਹੜੇ ਲੰਮੀ ਲਿਸਟ ਹੈ ਹੈ ਜੀ, ਇਸ ਵਰਸ ਵਿੱਚ ਹੈ ਜੀ, ਉਹਦੇ ਲਈ ਇਹ ਕੁਝ ਕੈਟਾਗਰੀ ਜ਼ਰਾ ਬੋਲ ਦਿਓ, ਕਿਹੜੇ ਕਿਹੜੇ ਲੋਕ ਨੇ ਉਹਨਾਂ ਲਈ ਇਹ ਵਰਸਸ ਅਸੀਂ ਦੇ ਦਿੰਦੇ ਹਾਂ, ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ, ਅਸੀਂ ਟਾਈਮ ਬਚਾ ਲਈਏ। ਹਾਂਜੀ ਜੀ ਹਾਂਜੀ, ਆਪਾਂ ਪੜ੍ਹਦੇ ਦੇਖੇ ਜੀ 21 ਦੀ 7 ਨਹੀਂ 8 ਹਾਂਜੀ ਉਹ ਵਿੱਚ ਲਿਖਿਆ ਹੈ ਸਾਰੀ ਗੱਲਾਂ ਨਾ ਜੀ ਪ੍ਰਕਾਸ਼ ਦੀ ਪੋਥੀ ਜੀ। ਹਾਂ ਹਾਂਜੀ, ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 21 ਦੀ 8 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪਰ ਇਹਨਾਂ ਸਭ ਦੀ ਥਾਂ ਤੋਂ ਡਰਾਕਲ ਅਵਿਸ਼ਵਾਸੀ ਗੰਦੇ ਕਾਤਲ ਵਿਭਚਾਰੀ ਜਾਦੂਗਰ ਮੂਰਤੀ ਪੂਜਕ ਅਤੇ ਹਰ ਤਰ੍ਹਾਂ ਦਾ ਝੂਠ ਬੋਲਣ ਵਾਲਾ। ਹਾਂਜੀ ਉਹ ਅੱਗ ਦੀ ਝੀਲ ਵਿੱਚ ਸੁੱਟੇ ਜਾਓ। ਇਹ ਮੂਸਾ ਦੇ ਦੌਰ ਵਿੱਚ ਵੀ ਇੱਕ ਘਿਨੌਣੇ ਕੰਮ ਗਿਣੇ ਜਾਂਦੇ ਸਨ ਤੇ ਹੁਣ ਵੀ ਨੇ। ਕੁਝ ਆਇਤਾਂ ਲਿਖ ਲਓ। ਹਾਲੇਲੂਇਆ। ਇਹ ਦੇਖ ਲਓ, ਲੇਵੀਆਂ 11 ਦੀ 10 ਤੋਂ 42 ਪੂਰੀ ਲਿਸਟ ਹੈਗੀ ਹੈ, ਠੀਕ ਹੈ। ਯਾਨੀ ਕੀ ਇਹਨੂੰ ਲੇਵੀਆਂ ਜਿਵੇਂ 11 ਦੀ 10 ਤੋਂ 42 ਲੇਵੀਆਂ 11 ਦੀ 10 ਤੋਂ 42 ਲਿਵਿਟਿਕਸ ਹਾਂਜੀ। ਸੋ ਲੇਵੀਆਂ 18 ਦੀ 22 ਤੋਂ 26, ਲਿਵਿਟਿਕਸ 18 ਦੀ 22 ਤੋਂ 26, ਲਿਵਿਟਿਕਸ 20 ਦੀ 13, ਠੀਕ ਹੈ 20 ਦੀ 13 ਹਾਂਜੀ, ਲਿਵਿਟਿਕਸ 19 ਦੀ 7 ਬਵਸਤਾ ਸਾਰੀਆ ਡਿਟਰੋਨੋਮੀ ਚੈਪਟਰ 7 ਵਰਸ 25 ਤੇ 26 7 ਦੀ 25 26 ਹਾਂਜੀ, ਤੇ ਫਿਰ ਬਵਸਤਾ ਸਾਰ 12 ਦੀ 31 ਹਾਂਜੀ ਡਿਟਰੋਨੋਮੀ। ਫਿਰ ਇਹ ਉਹਦੀਆਂ ਹੀ ਨੇ ਬਵਸਤਾ ਸਾਰੀਆਂ ਦੀ 18 ਦੀ 10, 17 ਦੀ 1, 13 ਦੀ 13 ਤੇ 14, 17 ਦੀ 3 ਤੋਂ 4, 18 ਦੀ 12 ਤੇ 22 ਦੀ 5 ਤੇ 23 ਦੀ 18, 23 ਦੀ 18, 24 ਦੀ 4। ਹੁਣ ਇੱਕ ਇਹਨੂੰ ਕਲੋਜ਼ ਕਰਦੇ ਹਾਂ ਕਿ ਜਿਹੜੇ ਵੀ ਇਹ ਬੁਰੇ ਕੰਮ ਨੇ ਜਿਨ੍ਹਾਂ ਦੀ ਇੱਥੇ ਲਿਸਟ ਦੱਸੀ ਗਈ ਹੈ, ਇਹ ਉਹ ਲੋਕ ਨੇ ਜਿਹੜੇ ਐਂਟੀ ਕ੍ਰਾਈਸਟ ਜਾਂ ਯਿਸੂ ਦੇ ਵਿਰੋਧੀ ਦੇ ਦੌਰ ਦੇ ਵਿੱਚ ਵੀ ਇਹਨਾਂ ਗੱਲਾਂ ਤੋਂ ਤੌਬਾ ਨਹੀਂ ਕਰਨਗੇ। ਇਹਨਾਂ ਨੂੰ ਫਿਰ ਨਰਕਾਂ ਦੀ ਅੱਗ ਵਿੱਚ ਸੁੱਟ ਦਿੱਤਾ ਜਾਏ, ਅੱਗ ਦੀ ਚੀਜ਼, ਠੀਕ ਹੈ। ਇਹ ਲੋਕ ਜਿਹੜੇ ਤੌਬਾ ਕਰ ਲੈਣਗੇ ਬਚਦੇ ਜਾਣਗੇ, ਠੀਕ ਹੈ। ਹਾਂਜੀ ਫਿਨਿਸ਼ ਕਰੀਏ ਜੀ ਆਪਾਂ, ਦੇਖ ਲਓ ਜੇ ਕਹਿੰਦੇ ਹੋ ਅੱਗੇ ਟੁੱਟ ਨਹੀਂ ਹੁਣ ਟਾਈਮ ਹੋ ਗਿਆ ਜੀ, ਫਿਨਿਸ਼ ਕਰਦੇ ਜੀ। ਆਓ ਦੁਬਾਰਾ ਫਿਰ ਪਰਮੇਸ਼ਰ ਪਿਤਾ ਆਪਦਾ ਸ਼ੁਕਰ ਕਰਦੇ ਹਾਂ ਆਪ ਦੇ ਵਚਨ ਦੇ ਲਈ, ਪਵਿੱਤਰ ਵਚਨ ਦੇ ਲਈ, ਜੋ ਕੁਛ ਵੀ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਜੋ ਆਪਨੇ ਗੱਲਬਾਤ ਪਰਮੇਸ਼ਰ ਪਿਤਾ ਪਵਿੱਤਰ ਆਤਮਾ ਦੁਆਰਾ ਉਹ ਸਾਰਾ ਵਚਨ ਸਾਡੇ ਅੰਦਰ ਵਸ ਜਾਏ ਔਰ ਵਧੇ ਫੁੱਲੇ ਬਹੁਤ ਸਾਰਾ ਫਲ ਲੈ ਕੇ ਆਏ ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਵਿੱਚ ਢੱਕਦੇ ਹਾਂ ਤਾਂ ਕਿ ਸ਼ੈਤਾਨ ਇਸ ਨੂੰ ਚੋਰੀ ਨਾ ਕਰ ਸਕੇ। ਔਰ ਇਹ ਸਭ ਕੁਝ ਮੰਨਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ। ਹਾਲੇਲੂਇਆ।